अस्सलाम वालेकुम, सत श्री अकाल और आदाब। दोस्तों, एक बहुत अरसे बाद पाकिस्तान ਨੂੰ खबर मिली ਵੱਡੀ खुशखबरी कह लो, ਇਹਨੂੰ ਕਹਿੰਦੇ ਨੇ खुशखबरी। अरशद नदीम ਜਿਹੜਾ ਹੈ ਮੀਆਂ ਚੰਨੂ ਦਾ ਇੱਕ ਮਿਹਨਤਕਸ਼ ਖਾਨਦਾਨ ਦਾ ਨੌਜਵਾਨ, ਉਹਨੇ ਪਾਕਿਸਤਾਨ ਵਾਸਤੇ ਪਹਿਲਾ ਇੰਡੀਵਿਜੂਅਲ ਗੋਲਡ ਮੈਡਲ ਜਿਹੜਾ ਹੈ ਉਹ ਜਿੱਤਿਆ। ਜੋ ਉਹਦਾ ਪਾਕਿਸਤਾਨ ਬਣਿਆ ਇਹ ਪਹਿਲਾ ਗੋਲਡ ਮੈਡਲ ਹੈ ਜਿਹੜਾ ਕਿਸੇ ਇੱਕ ਗੇਮ ਵਾਲੇ 'ਚ ਇੰਡੀਵਿਜੂਅਲ ਗੇਮ ਸੋਲੋ ਗੇਮ ਵਾਲੇ ਕਿਸੇ ਪਲੇਅਰ ਨੇ ਜਿੱਤਿਆ। ਇਸ ਤੋਂ ਪਹਿਲੇ ਪਾਕਿਸਤਾਨ ਦੇ ਜਿਹੜੇ ਸੋਲੋ ਪਲੇਅਰ ਹੈਗੇ ਨੇ ਉਹਨਾਂ ਨੇ ਬਾਕਸਿੰਗ ਦੇ ਵਿੱਚ, ਕੁਸ਼ਤੀ ਦੇ ਵਿੱਚ ਕੋਈ ਕਾਂਸੀ ਦੇ ਮੈਡਲ, ਸਿਲਵਰ ਮੈਡਲ ਇਸ ਤਰ੍ਹਾਂ ਜਿੱਤੇ ਹੋਏ ਨੇ, ਲੇਕਿਨ ਗੋਲਡ ਮੈਡਲ ਨਹੀਂ ਕਿਸੇ ਨੇ ਜਿੱਤਿਆ। ਹਾਂ, ਪਾਕਿਸਤਾਨ ਹਾਕੀ ਟੀਮ ਜਿਹੜੀ ਉਹਨੇ ਗੋਲਡ ਮੈਡਲ ਜਿੱਤੇ ਹੋਏ ਨੇ, ਲੇਕਿਨ ਇਕੱਲੇ ਬੰਦੇ ਨੇ ਪਹਿਲੀ ਵਾਰ ਗੋਲਡ ਮੈਡਲ ਜਿੱਤਿਆ। ਇਹ ਖਬਰ ਬਹੁਤ ਵੱਡੀ ਪਾਕਿਸਤਾਨ ਦੇ ਵਿੱਚ, ਔਰ ਇਸ ਖਬਰ ਨੂੰ ਸੈਲੀਬ੍ਰੇਟ ਅਖਬਾਰਾਂ ਨੇ ਕਿਵੇਂ ਕੀਤਾ ਇਹ ਤੁਹਾਨੂੰ ਦਿਖਾਉਣਾ। ਇਹ 92 ਨੇ ਇਸ ਖਬਰ ਨੂੰ ਲਾਇਆ। ਉਸ ਤੋਂ ਬਾਅਦ ਜਨਾਬ ਡਾਨ ਅਖਬਾਰ, ਪਾਕਿਸਤਾਨ ਦਾ ਸਭ ਤੋਂ ਵੱਡਾ ਅੰਗਰੇਜ਼ੀ ਅਖਬਾਰ, ਉਹਨੇ ਇਹਨੂੰ ਸੈਲੀਬ੍ਰੇਟ ਕੀਤਾ। ਫਿਰ ਜਨਾਬ ਇਹ ਐਕਸਪ੍ਰੈਸ ਦਾ ਵੇਖ ਲਓ, ਇਹਨਾਂ ਨੇ ਫਰੰਟ ਪੇਜ ਦੇ ਉੱਤੇ ਇਹਨੂੰ ਸੈਲੀਬ੍ਰੇਟ ਕੀਤਾ। ਦੁਨੀਆ ਨੇ ਇਹਨਾਂ ਨੇ ਇਹ ਖਬਰ ਲਾਈ, ਔਰ ਇਸੇ ਤਰ੍ਹਾਂ ਹੀ ਜੰਗ ਅਖਬਾਰ ਜਿਹੜਾ ਹੈ ਉਹਨੇ ਵੀ ਆਪਣੀ ਜਿਹੜੀ ਸੁਪਰ ਲੀਡ ਹੈ ਇਹਨੇ ਅਰਸ਼ਦ ਦੇ ਨਾਂ ਕੀਤੀ। ਇਹ ਇਸ ਵਾਸਤੇ ਹੋਇਆ, ਇਹ ਸਾਰਾ ਕੁਛ ਕੀ ਹੈ, ਇਹ ਇੰਨੀ ਸਪੇਸ ਲੈਣ ਵਾਸਤੇ ਮੀਡੀਆ ਦੇ ਵਿੱਚ ਸਿਆਸਤਦਾਨ ਅਤੇ ਬਾਕੀ ਲੋਕ ਕਿੰਨੇ ਪੈਸੇ ਖਰਚ ਕਰਦੇ ਨੇ। ਅਰਸ਼ਦ ਨੂੰ ਇਹ ਫ੍ਰੀ ਦੇ ਵਿੱਚ ਮਿਲਿਆ, ਇਸ ਵਾਸਤੇ ਮਿਲਿਆ ਕਿ ਲੋਕ ਖੁਸ਼ ਨੇ, ਔਰ ਲੋਕਾਂ ਦੀ ਸੈਲੀਬ੍ਰੇਸ਼ਨ ਜਿਹੜੀ ਉਹ ਮੀਡੀਆ ਜਿਹੜਾ ਮਜਬੂਰ ਹੋ ਜਾਂਦਾ ਹੈ ਉਹਦਾ ਸਾਥ ਦੇਣ ਦੇ ਵਿੱਚ। ਔਰ ਜ਼ਾਹਿਰ ਹੈ ਮੀਡੀਆ ਦੇ ਵਿੱਚ ਵੀ ਤਾਂ ਲੋਕ ਹੀ ਬੈਠੇ ਨੇ ਨਾ, ਅਤੇ ਇਹ ਪੂਰੇ ਪਾਕਿਸਤਾਨ ਨੂੰ ਇੱਕ ਖੁਸ਼ੀ ਮਿਲੀ ਅਰਸੇ ਬਾਅਦ, ਔਰ ਪਾਕਿਸਤਾਨ ਤਰਸਿਆ ਹੋਇਆ ਖੁਸ਼ੀਆਂ ਦਾ। ਇਹ ਮੈਂ ਇਸ ਮੌਜੂ ਦੇ ਉੱਤੇ ਕੋਈ ਗੱਲ ਕਰਨਾ ਚਾਹੁੰਦਾ। ਕੁਝ ਪੁਆਇੰਟ ਜਿਹੜੇ ਨੇ ਉਹ ਮੈਂ ਵੇਖੇ ਨੇ ਉਹਨਾਂ ਉੱਤੇ। ਇੱਕ ਤਾਂ ਪਹਿਲੀ ਗੱਲ ਹੈ, ਬਤੌਰ ਸਪੋਰਟਸਮੈਨ ਮੈਂ ਵੀ ਵੇਖਿਆ ਜਦੋਂ ਅਸੀਂ ਵੀ ਐਕਟਿਵ ਸੀ ਔਰ ਪਾਕਿਸਤਾਨ ਨੂੰ ਔਰ ਮੁਕਾਮੀ ਸਤ੍ਹਾ ਦੇ ਉੱਤੇ ਰਿਪਰੈਜ਼ੈਂਟ ਕਰੀਦਾ ਸੀ, ਅਤੇ ਉਦੋਂ ਵੇਖਿਆ ਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਨਾ, ਉਹਨਾਂ ਵਿੱਚ ਜ਼ਿਆਦਾ ਸ਼ੌਕ ਹੁੰਦਾ ਵੇ ਗੇਮ ਕਰਨ ਦਾ, ਔਰ ਸਲਾਹੀਅਤ ਵੀ ਜ਼ਿਆਦਾ ਹੁੰਦੀ। ਉਹ ਆਪਣੇ ਆਪ ਨੂੰ ਕਿਸੇ ਪਾਸੇ ਮਨਵਾਉਣਾ ਚਾਹੁੰਦੇ ਨੇ। ਮਾਸ਼ਰੇ ਦੇ ਵਿੱਚ ਉਹਨਾਂ ਦੀ ਚੂੰਕਿ ਕੋਈ ਹੋਰ ਹੈਸੀਅਤ ਜ਼ਿਆਦਾ ਨੁਮਾਇਆਂ ਨਹੀਂ ਹੁੰਦੀ, ਅਤੇ ਉਹ ਫਿਰ ਇਹਦੇ ਵਿੱਚ ਨੁਮਾਇਆਂ ਕਰਨਾ ਚਾਹੁੰਦੇ ਨੇ। ਸਾਡੇ ਇੱਕ ਜਾਣਨ ਵਾਲੇ ਫੈਮਿਲੀ ਸੀ, ਅਸੀਂ ਉਸੇ ਕਲੋਨੀ 'ਚ ਰਹਿੰਦੇ ਸਾਂ, ਸਾਡੇ ਨਾਲ ਸੀ। ਉਹ ਬੜੇ ਗਰੀਬ ਸੀ, ਔਰ ਅਸੀਂ ਵੇਖਿਆ ਕਿ ਉਹ ਝਾੜੂ ਦਿੰਦੇ ਸੀ, ਅਤੇ ਉਹਨਾਂ ਦੇ ਬੱਚੇ ਜਿਹੜੇ ਸੀ ਉਹ 3-4 ਉਹ ਮੁਖਤਲਿਫ ਪਾਕਿਸਤਾਨ ਦੇ ਨੈਸ਼ਨਲ ਸਪੋਰਟਸ ਦੇ ਵਿੱਚ ਆਏ। ਫਿਰ ਉਹਨਾਂ ਦੀਆਂ ਪੋਤੀਆਂ ਅੱਗੇ ਆਈਆਂ, ਅਤੇ ਬੜੀ ਖੁਸ਼ੀ ਹੁੰਦੀ ਸੀ ਦੇਖ ਕੇ ਉਹਨਾਂ ਨੂੰ। ਇਸੇ ਤਰ੍ਹਾਂ ਹੀ ਜਦੋਂ ਮੈਂ ਗੇਮ ਕਰਨਾ ਸੀ ਤਾਂ ਮੈਨੂੰ ਯਾਦ ਹੈ ਸਾਡੇ ਕੋਲ ਵੀ ਇੰਨੇ ਪੈਸੇ ਨਹੀਂ ਸੀ ਹੁੰਦੇ ਕਿ ਅਸੀਂ ਉਸ ਗੇਮ ਦੀ ਜ਼ਰੂਰਤਾਂ ਪੂਰੀਆਂ ਕਰ ਲੈਂਦੇ, ਔਰ ਉਹਦੇ ਵਿੱਚ ਤਾਕਤ ਵਾਸਤੇ, ਬਾਡੀ ਬਿਲਡਿੰਗ ਦੇ ਵਿੱਚ, ਕਬੱਡੀ ਵਾਸਤੇ ਬੜੀ ਐਨਰਜੀ ਚਾਹੀਦੀ ਸੀ, ਉਸ ਤਰ੍ਹਾਂ ਦੀ ਖੁਰਾਕ ਚਾਹੀਦੀ ਸੀ, ਨਹੀਂ ਸੀ ਹੁੰਦੀ। ਅਤੇ ਅਰਸ਼ਦ ਨੇ ਵੀ ਇਹੋ ਜਿਹੇ ਹਾਲਾਤ 'ਚ, ਬਲਕਿ ਸਾਡੇ ਨਾਲੋਂ ਬਹੁਤ ਜ਼ਿਆਦਾ ਕਠਿਨ ਹਾਲਾਤ ਦੇ ਵਿੱਚ, ਕਿਉਂਕਿ ਉਹਨੇ ਸਾਡੇ ਨਾਲੋਂ ਇੱਕ ਵੱਡੇ ਲੈਵਲ 'ਤੇ ਗੇਮ ਕੀਤੀ, ਅਤੇ ਉਹਦੀਆਂ ਜ਼ਰੂਰਤਾਂ, ਉਹਦੀ ਟ੍ਰੇਨਿੰਗ ਦੇ ਉੱਤੇ ਅਖਰਾਜਾਤ, ਉਹਦਾ ਆਉਣ ਜਾਣ, ਉਹਦੇ ਉੱਤੇ ਜੋ ਕੁਝ ਹੋ ਰਿਹਾ ਸੀ, ਉਹ ਬੜੀ ਹਿੰਮਤ ਦੀ ਗੱਲ ਹੈ ਕਿ ਉਹ ਇੱਕ ਪਾਸੇ ਮਜ਼ਦੂਰੀ ਉਹਨੇ ਕੀਤੀ, ਮਿਹਨਤ ਕੀਤੀ। ਉਹਦੇ ਵਾਲਦੈਨ ਨੇ ਉਹਦੀ, ਮੈਂ ਕਹਿੰਦਾ ਸਭ ਨਾਲੋਂ ਜ਼ਿਆਦਾ ਜਿਹੜਾ ਸਪੋਰਟ ਇਸ ਵਕਤ ਕਰਨ ਦੀ ਜ਼ਰੂਰਤ ਹੈ ਔਰ ਸਰਾਹਣ ਦੀ ਜ਼ਰੂਰਤ ਹੈ, ਇਹ ਉਹਦੇ ਪੇਰੈਂਟਸ ਨੇ, ਕਿ ਉਹਨਾਂ ਨੇ ਇੱਕ ਜਵਾਨ ਬੱਚਾ ਜਿਹਨੂੰ ਕੋਲੋਂ ਪੈਸੇ ਲਿਆ ਕੇ ਘਰ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਸੀ, ਉਹਨੂੰ ਟਾਈਮ ਦਿੱਤਾ ਕਿ ਉਹ ਆਪਣਾ ਪੈਸਾ ਅਤੇ ਟਾਈਮ ਜਿਹੜਾ ਹੈ ਉਹ ਖੇਡ ਵੱਲ ਲਾਵੇ ਅਤੇ ਮੁਲਕ ਵਾਸਤੇ ਖੁਸ਼ੀ ਲੈ ਕੇ ਆਵੇ। ਇਹ ਇੱਕ ਵੱਡੀ ਗੱਲ ਸੀ। ਫਿਰ ਮੈਂ ਲਿਖਿਆ ਵੀ 2 ਦਫਾ ਕਾਲਮ ਲਿਖਿਆ ਮੈਂ। ਜਦੋਂ ਬੁਜ਼ਦਾਰ ਸਾਹਿਬ ਪੰਜਾਬ ਦੇ CM ਸੀ ਉਦੋਂ ਵੀ ਲਿਖਿਆ, ਜਦੋਂ ਮਰੀਮ ਨਵਾਜ਼ ਆਈਆਂ CM ਬਣੀਆਂ ਅਤੇ ਉਹਨਾਂ ਵਾਸਤੇ ਵੀ ਮੈਂ ਲਿਖਿਆ। ਮੈਂ ਕਿਹਾ ਜੀ ਇਸ ਤਰ੍ਹਾਂ ਕਰੋ ਕਿ ਜਿਹੜੇ ਸਰਕਾਰੀ ਸਕੂਲ ਨੇ ਨਾ ਪੂਰੇ ਮੁਲਕ ਦੇ, ਲੇਕਿਨ ਮੈਂ ਪੰਜਾਬ ਦੇ ਰੈਫਰੈਂਸ ਨਾਲ ਗੱਲ ਕੀਤੀ ਸੀ, ਅਤੇ ਮੈਂ ਕਿਹਾ ਪੂਰੇ ਮੁਲਕ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉੱਥੇ ਹੋਰ ਕੋਈ ਸਹੂਲਤ ਹੋਵੇ ਨਾ ਹੋਵੇ, ਲੇਕਿਨ ਇਹ ਜ਼ਰੂਰ ਹੈ ਕਿ ਉਹਦੇ ਵਿੱਚ ਖੁੱਲ੍ਹਾ ਮੈਦਾਨ ਜ਼ਰੂਰ ਹੁੰਦਾ ਹੈ। ਅਤੇ ਅਗਰ ਤੁਸੀਂ ਸ਼ਾਮ ਦੇ ਟਾਈਮ ਉੱਥੇ ਬੱਚਿਆਂ ਵਾਸਤੇ ਸਪੋਰਟਸ ਅਕੈਡਮੀ ਬਣਾ ਦਿਓ, ਉਸ ਗੁੰਜਾਨ ਆਬਾਦੀ ਦੇ ਵਿੱਚ ਜਿੱਥੇ ਬਹੁਤ ਇਰਦ ਗਿਰਦ ਰਸ਼ ਹੁੰਦਾ ਵੇ, ਕੋਈ ਗਰਾਊਂਡ ਨਹੀਂ ਹੈਗਾ, ਅਤੇ ਬੱਚੇ ਅਗਰ ਆ ਕੇ ਸ਼ਾਮ ਦੇ ਟਾਈਮ ਉੱਥੇ ਕੋਈ ਦੌੜਾਂ ਲਾ ਸਕਣ, ਕੋਈ ਐਥਲੈਟਿਕਸ ਜਿਹੜੀਆਂ ਨੇ ਇਹ ਗੇਮਾਂ, ਜੈਵਲਿਨ ਥਰੋ ਹੋ ਗਿਆ, ਡਿਸਕਸ ਥਰੋ ਹੋ ਗਿਆ, ਉੱਥੇ ਗੋਲਾ ਸੱਟ ਸਕਣ, ਉੱਥੇ ਹਾਈ ਜੰਪ, ਲਾਂਗ ਜੰਪ, ਇੰਨੀਆਂ ਸਹੂਲਤਾਂ ਹੋਣ,
ਜਿਮਨਾਸਟਿਕ ਦੀਆਂ ਸਹੂਲਤਾਂ ਹੋਣ, ਕ੍ਰਿਕਟ ਦੀਆਂ ਹੋਣ, ਹਾਕੀ ਦੀਆਂ, ਫੁੱਟਬਾਲ, ਬਾਸਕਟਬਾਲ, ਇੰਨੀਆਂ ਸਹੂਲਤਾਂ ਹੋਣ ਉੱਥੇ, ਬੈਡਮਿੰਟਨ ਦੀਆਂ, ਅਤੇ ਉਹ ਉਹਨਾਂ ਵਿੱਚੋਂ ਹੀ ਤੁਹਾਨੂੰ ਬੱਚਾ ਨਾ ਕੋਈ ਅੱਗੇ ਇੰਟਰਨੈਸ਼ਨਲ ਸਤ੍ਹਾ ਦੇ ਉੱਤੇ ਜਾਣ ਵਾਲਾ ਟੈਲੈਂਟ ਆ ਜਾਏਗਾ ਨਜ਼ਰ। ਅਤੇ ਇਹ ਇਸ ਤਰ੍ਹਾਂ ਹੋਣਾ ਚਾਹੀਦਾ। ਲੇਕਿਨ ਹਕੂਮਤਾਂ ਦੇ ਪਤਾ ਨਹੀਂ ਆਪਣੇ ਕੀ ਮਸਾਇਲ ਨੇ, ਉਹ ਕਿੱਥੇ ਤਵੱਜੋ ਦਿੰਦੇ ਨੇ ਇਹਨਾਂ ਚੀਜ਼ਾਂ ਦੇ, ਅਤੇ ਫਿਰ ਇੰਝ ਦੇ ਕੋਈ ਇੱਕ ਟੈਲੈਂਟ ਅੱਲਾ ਵੱਲੋਂ ਹੀ ਹੁੰਦਾ ਜਿਹੜਾ ਉਹ ਨਿਕਲਦਾ, ਅਤੇ ਫਿਰ ਸਾਰੇ ਉਹਦੇ ਉੱਤੇ ਚੱਦ ਸੱਟ ਦਿੰਦੇ ਨੇ ਕਿ ਜਨਾਬ ਇਹਦੀ ਤਰੱਕੀ ਦੇ ਵਿੱਚ, ਇਹਦੇ ਅੱਗੇ ਜਾਣ ਦੇ ਵਿੱਚ ਸਾਡਾ ਹੱਥ ਹੈ, ਸਾਡਾ। ਤਸਵੀਰਾਂ ਲੋਕ ਪੁਰਾਣੀਆਂ ਲਾ ਕੇ ਉਹਦੀਆਂ ਸ਼ੇਅਰ ਕਰਦੇ। ਇਹ ਠੀਕ ਹੈ, ਉਹ ਇੱਕ ਸੈਲੀਬ੍ਰਿਟੀ ਦੇ ਨਾਲ ਇਸ ਤਰ੍ਹਾਂ ਸ਼ੇਅਰ ਕਰੋ, ਲੇਕਿਨ ਕ੍ਰੈਡਿਟ ਨਾ ਲਓ। ਕ੍ਰੈਡਿਟ ਬੁਨਿਆਦੀ ਤੌਰ 'ਤੇ ਅਰਸ਼ਦ ਦਾ ਆਪਣਾ ਔਰ ਉਹਦੇ ਖਾਨਦਾਨ ਨੂੰ ਜਾਂਦਾ ਹੈ, ਹੋਰ ਕਿਸੇ ਨੂੰ ਕ੍ਰੈਡਿਟ ਨਹੀਂ ਜਾਂਦਾ। ਪਾਕਿਸਤਾਨੀ ਜਿਹੜੇ ਇੱਕ ਕੌਮ ਜਿਹੜੀ ਹੈ ਉਹ ਬਹੁਤ ਇਹਦੇ ਉੱਤੇ ਖੁਸ਼ ਹੈ, ਮੈਂ ਸਮਝਦਾ। ਔਰ ਸਾਨੂੰ ਅਰਸੇ ਬਾਅਦ ਕੋਈ ਹੀਰੋ ਮਿਲਿਆ ਜਿਹਨੂੰ, ਵਰਨਾ ਤਾਂ ਸਾਨੂੰ ਦੱਸਿਆ ਜਾਂਦਾ ਨਾ ਕਿ ਫਲਾਂ ਹੀਰੋ ਤੁਹਾਡਾ, ਫਲਾਂ ਹੀਰੋ। ਔਰ ਅਸੀਂ ਵੇਖਣ ਡਏ ਹਾਂ ਕਿ ਜੇ ਨਵਾਜ਼ ਸ਼ਰੀਫ ਦੇ ਨਾਂ 'ਤੇ ਇੱਕ ਹਸਪਤਾਲ ਬਣਦਾ, 2 ਬਣਦਾ, 3 ਬਣਦਾ, ਯੂਨੀਵਰਸਿਟੀਆਂ ਬਣਦੀਆਂ, ਕਾਲਜ ਬਣਦੇ ਨੇ, ਰੋਡਾਂ ਦੇ ਨਾਂ, ਕੋਈ ਅਦਾਰਾ ਨਵਾਂ ਬਣਦਾ ਉਹਦਾ ਨਵਾਜ਼ ਸ਼ਰੀਫ ਦਾ ਨਾਂ ਰੱਖ ਦਿਓ, ਸ਼ਬਾਜ਼ ਸ਼ਰੀਫ ਦਾ ਰੱਖ ਦਿਓ, ਮਰੀਮ ਦਾ ਰੱਖ ਦਿਓ। ਇਸੇ ਤਰ੍ਹਾਂ ਕੋਈ ਏਅਰਪੋਰਟ ਦਾ ਨਾਂ ਭੁੱਟੋ ਦੇ ਨਾਂ 'ਤੇ ਰੱਖ ਦਿਓ, ਬੇਨਜ਼ੀਰ ਦੇ ਨਾਂ 'ਤੇ ਰੱਖ ਦਿਓ, ਅਸਦ ਜ਼ਰਦਾਰੀ ਦੇ ਨਾਂ 'ਤੇ ਰੱਖ ਦਿਓ, ਫਿਰ ਅੱਗੇ ਬਿਲਾਵਲ ਦੇ ਨਾਂ 'ਤੇ। ਇਹ ਠੀਕ ਹੈ, ਉਹਨਾਂ ਦਾ ਇੱਕ ਸਿਆਸੀ ਹੈਸੀਅਤ ਹੈਗੀ, ਲੇਕਿਨ ਉਹ ਹੀਰੋ ਨਹੀਂ ਹੈਗੇ ਪਾਕਿਸਤਾਨ ਦੇ। ਪਾਕਿਸਤਾਨ ਦੇ ਹੀਰੋ ਇੰਝ ਦੇ ਲੋਕ ਨੇ ਜਿਹੜੇ ਗੈਰ ਮੁਤਨਾਜ਼ਿਆ ਤੌਰ 'ਤੇ ਪੂਰੀ ਦੁਨੀਆ 'ਚ ਪਾਕਿਸਤਾਨ ਦੀ ਇੱਜ਼ਤ ਦੇ ਵਿੱਚ ਇਜ਼ਾਫਾ ਕਰਦੇ ਨੇ। ਯਾਨੀ ਮੈਂ ਹੀਰੋ ਨੂੰ ਅਗਰ ਡਿਫਾਈਨ ਕਰਾਂ ਅਤੇ ਉਹ ਇਹ ਵੇ ਕਿ ਪਾਕਿਸਤਾਨ ਦੀ ਜਿਹੜਾ ਇੱਜ਼ਤ 'ਚ ਬੈਨ ਅਲ-ਅਕਾਮੀ ਸਤ੍ਹਾ 'ਚ ਇਜ਼ਾਫਾ ਕਰੇ, ਉਹ ਹੀਰੋ ਹੈ ਪਾਕਿਸਤਾਨ ਦਾ। ਅਤੇ ਇਸ ਵਕਤ ਪਾਕਿਸਤਾਨ ਦਾ ਅਗਰ ਵੇਖੋ ਨਾ, ਸਾਨੂੰ ਕਿਉਂ ਇਹਦੀ ਜ਼ਿਆਦਾ ਚੰਗਾ ਲੱਗਾ, ਇਸ ਵਾਸਤੇ ਕਿ ਕਈ ਮੁਲਕ ਸਾਨੂੰ ਵੀਜ਼ਾ ਨਹੀਂ ਦੇ ਰਹੇ, ਕਿ ਉਹ ਕਹਿੰਦੇ ਨੇ ਇੱਥੇ ਆ ਕੇ ਮੰਗਦੇ ਨੇ। ਕਈ ਲੋਕ ਇਸ ਵਾਸਤੇ ਆਪਣੇ ਹਾਂ ਨਹੀਂ ਆਉਣ ਦਿੰਦੇ ਕਿ ਅਸੀਂ ਲੜਨੇ ਉੱਥੇ ਜਾ ਕੇ। ਕਈ ਲੋਕ ਇਸ ਵਾਸਤੇ ਨਹੀਂ ਕਰਦੇ ਕਿ ਅਸੀਂ ਸਕਿੱਲ ਨਹੀਂ ਹੈਗੇ ਅਤੇ ਅਸੀਂ ਉਹਨਾਂ ਦੇ ਸਿਸਟਮ ਦੇ ਉੱਤੇ ਬੋਝ ਬਣਨੇ। ਅਤੇ ਲੋਕਾਂ ਵਿੱਚ ਇੱਕ ਨਾ ਪਸੰਦੀਦਗੀ, ਫਿਰ ਸਾਡੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਪ੍ਰੋਪੇਗੈਂਡੇ ਦੇ ਜ਼ਰੀਏ ਵੀ ਦਾਗ ਲੱਗੇ ਹੋਏ ਨੇ, ਅਤੇ ਉਹਨਾਂ ਨੂੰ ਅਸੀਂ ਧੋਣ ਦੀ ਕੋਸ਼ਿਸ਼ ਵੀ ਸੰਜੀਦਾ ਨਹੀਂ ਕਰਦੇ। ਅਤੇ ਇਸ ਸੂਰਤ ਹਾਲ ਦੇ ਵਿੱਚ ਅਗਰ ਕਿਸੇ ਜਗ੍ਹਾ 'ਤੇ ਸਾਡੀ ਇੱਜ਼ਤ ਵਧੀ ਹੈ, ਔਰ ਜਿਹਨੇ ਇੱਜ਼ਤ ਵਧਾਈ ਹੈ, ਉਹ ਤਾਂ ਫਿਰ ਸਾਡਾ ਹੀਰੋ ਹੈ, ਔਰ ਸਾਨੂੰ ਮੰਨਣਾ ਵੀ ਚਾਹੀਦਾ। ਇਹ ਕ੍ਰੈਡਿਟ ਦੇ ਹਵਾਲੇ ਨਾਲ ਵੀ ਗੱਲ ਹੋ ਗਈ। ਇੱਕ ਮੈਨੂੰ ਬੜਾ ਅਹਿਮ ਲੱਗਾ, ਲੋਕ ਗੱਲ ਵੀ ਕਰ ਰਹੇ ਨੇ ਇਸ ਉੱਤੇ, ਕਿ ਨੀਰਜ ਚੋਪੜਾ ਦੇ ਨਾਲ ਜਿਹੜਾ ਇਹਦਾ ਮੁਕਾਬਲਾ। ਨੀਰਜ ਚੋਪੜਾ ਇੱਕ ਬਹੁਤ ਰਿਫਾਈਨ ਪਲੇਅਰ ਹੈਗਾ, ਔਰ ਉਹ ਤਸਲਸਲ ਦੇ ਨਾਲ ਉਹਨੇ ਕੰਟੀਨਿਊਸਲੀ ਆਪਣੀ ਪਰਫਾਰਮੈਂਸ ਦਿੱਤੀ ਹੈ। ਨੀਰਜ ਚੋਪੜਾ ਜਿਹੜਾ ਹੈ, ਇਸ ਲਿਹਾਜ਼ ਨਾਲ ਵੀ ਮੈਂ ਉਹਨੂੰ ਸਰਾਹਨਾ ਵਾਂ ਕਿ ਉਹਨੇ ਅਰਸ਼ਦ ਵਾਸਤੇ ਕਦੀ ਉਸ ਤਰ੍ਹਾਂ ਦੀ ਜ਼ੁਬਾਨ ਇਸਤੇਮਾਲ ਨਹੀਂ ਕੀਤੀ ਜੇ ਰਾਈਵਲਰੀ 'ਚ ਜਿਹੜੀਆਂ ਪਾਕ ਇੰਡੀਆ ਦੇ ਖਿਲਾੜੀ ਇਸਤੇਮਾਲ ਕਰਦੇ ਨੇ। ਇਸੇ ਤਰ੍ਹਾਂ ਅਰਸ਼ਦ ਨੇ ਵੀ ਬੜਾ ਮੁਹੱਬਤ ਦੇ ਨਾਲ ਹਮੇਸ਼ਾ ਨੀਰਜ ਚੋਪੜਾ ਨੂੰ ਯਾਦ ਕੀਤਾ, ਉਹਦਾ ਜ਼ਿਕਰ ਕੀਤਾ। ਮੈਨੂੰ ਚੰਗਾ ਇਹ ਲੱਗਾ ਕਿ ਨੀਰਜ ਚੋਪੜਾ ਦੀ ਮਾਂ ਨੂੰ ਜਦੋਂ ਪੁੱਛਿਆ, ਪਿਛਲੀ ਦਫਾ ਵੀ ਮੈਂ ਦੇਖਿਆ ਸੀ ਉਸ ਵੀਡੀਓ ਨੂੰ, ਅਤੇ ਇਸ ਦਫਾ ਵੀ ਅਸੀਂ ਦੇਖਿਆ ਕਿ ਉਹਦੀ ਮਾਂ ਨੂੰ ਜਦੋਂ ਕਿਹਾ ਗਿਆ ਕਿ ਇਸ ਦਫਾ ਤਾਂ ਤੁਹਾਡਾ ਪੁੱਤਰ ਦੂਸਰੇ ਨੰਬਰ 'ਤੇ ਆਇਆ ਅਤੇ ਅਰਸ਼ਦ ਜਿੱਤ ਗਿਆ, ਅਤੇ ਉਹਨੇ ਅਰਸ਼ਦ ਨੂੰ ਹੀ ਦੁਆ ਦਿੱਤੀ। ਉਹਨੇ ਕਿਹਾ ਉਹ ਵੀ ਮੇਰਾ ਪੁੱਤਰ। ਅਤੇ ਇਹ ਸਪੋਰਟਸਮੈਨਸ਼ਿਪ ਜਿਹੜੀ ਖਿਲਾੜੀਆਂ ਦੇ ਵਿੱਚ, ਉਹਨਾਂ ਦੀ ਫੈਮਲੀਜ਼ ਦੇ ਵਿੱਚ ਹੁੰਦੀ ਹੈ। ਇਸੇ ਵਾਸਤੇ ਅਸੀਂ ਕਹਿੰਦੇ ਕਿ ਅਗਰ ਪਾਕਿਸਤਾਨੀ ਜਿਹੜੇ ਸ਼ਿੱਦਤ ਪਸੰਦੀ ਵੱਲ ਲੋਕ ਜਾ ਰਹੇ ਨੇ, ਇੰਤਹਾ ਪਸੰਦੀ ਵੱਲ ਜਾ ਰਹੇ ਨੇ, ਔਰ ਇੱਕ ਦੂਜੇ ਦੀ ਗੱਲ ਬਰਦਾਸ਼ਤ ਨਹੀਂ ਕਰਦੇ, ਅਗਰ ਇੱਥੇ ਖੇਡਾਂ ਤਰੱਕੀ ਕਰਨਗੀਆਂ ਅਤੇ ਸਾਡੇ ਮੁਲਕ ਦੇ ਵਿੱਚ ਦੂਜੇ ਦੀ ਵਾਸਤੇ ਬਰਦਾਸ਼ਤ ਵੀ ਵਧੇਗੀ। ਇੱਕ ਸਪੋਰਟਸਮੈਨ ਸਪਿਰਿਟ ਹੁੰਦੀ। ਅਤੇ ਬਹੁਤ ਸ਼ੁਕਰੀਆ ਜਨਾਬ ਅਰਸ਼ਦ ਨਦੀਮ ਸਾਹਿਬ, ਤੁਸੀਂ ਸਾਨੂੰ ਇੱਕ ਖੁਸ਼ੀ ਦਿੱਤੀ, ਅਤੇ ਪਾਕਿਸਤਾਨੀ ਕੌਮ ਯਕੀਨੀ ਤੌਰ 'ਤੇ ਤੁਹਾਡੇ ਇਸ ਅਹਿਸਾਨ ਨੂੰ ਯਾਦ ਰੱਖੇਗੀ। ਮੈਂ ਇਹਨੂੰ ਅਹਿਸਾਨ ਹੀ ਕਹਿੰਦਾ, ਯਾਦ ਰੱਖੇਗੀ। ਅਤੇ ਜੀਂਦੇ ਰਹੋ, ਵਸਦੇ ਰਹੋ, ਅਤੇ ਸਬਸਕ੍ਰਾਈਬ ਕਰ।